हेलो एवरीवन वेलकम टू योर चैनल स्मार्ट स्टडी विद प्रीत। ਅੱਜ ਹੈ ਕਲਾਸ ਸੈਕਿੰਡ। ਅਸੀਂ ਕਰ ਰਹੇ ਹਾਂ ਪ੍ਰੀਵੀਅਸ ਈਅਰ ਕੁਐਸਚਨਸ। ਸਿਵਲ ਇੰਜੀਨੀਅਰਿੰਗ ਦੇ ਲਈ ਜਿੰਨੇ ਵੀ ਐਗਜ਼ਾਮਸ ਨਿਕਲ ਗਏ ਆ ਔਰ ਜਿੰਨੇ ਵੀ ਆਉਣ ਵਾਲੇ ਐਗਜ਼ਾਮ ਆ ਉਹਨਾਂ ਸਾਰਿਆਂ ਦੇ ਲਈ ਇਹ ਕਲਾਸ ਕਾਫੀ ਇੰਪੋਰਟੈਂਟ ਹੋਣ ਵਾਲੀ ਹੈ। ਅਸੀਂ ਇਹਦੇ ਵਿੱਚ ਫਲੂਇਡ ਮਕੈਨਿਕਸ ਦੇ ਪ੍ਰੀਵੀਅਸ ਈਅਰ ਕੁਐਸਚਨਸ ਕਰਦੇ ਹਾਂ ਵਿਦ ਪ੍ਰੀਵੀਅਸ ਈਅਰ ਕੁਐਸਚਨਸ ਐਂਡ ਆਲਸੋ ਵਿਦ ਪ੍ਰੈਕਟਿਸ ਕੁਐਸਚਨਸ। ਠੀਕ ਹੈ ਜੀ। ਯੂਨਿਟ 1 ਦੇ ਅਸੀਂ ਕੁਐਸਚਨਸ ਲਏ ਆ, ਸੈਕਿੰਡ ਕਲਾਸ ਹੈ ਸਾਡੀ। स्टार्ट करते हैं क्लास। फर्स्ट क्वेश्चन है अ फ्लोटिंग बॉडी इज सैड टू बी इन स्टेट ऑफ स्टेबल इक्विलिब्रियम। साडी फ्लोटिंग बॉडी ਨੂੰ ਅਸੀਂ ਕਦੋਂ ਕਹਾਂਗੇ ਕਿ ਉਹ ਸਟੇਬਲ ਇਕੁਇਲਿਬਰੀਅਮ ਸਟੇਟ ਦੇ ਵਿੱਚ ਆ। ਆਪਸ਼ਨ ਹੈ ਸਾਡੇ ਕੋਲ ਵੈਨ ਇਟਸ ਮੈਟਾ ਸੈਂਟਰ ਹਾਈਟ ਇਜ਼ 0, ਵੈਨ ਦਾ ਮੈਟਾ ਸੈਂਟਰ ਹਾਈਟ ਇਜ਼ ਬਿਲੋ ਦਾ ਸੈਂਟਰ ਆਫ ਗ੍ਰੈਵਿਟੀ, ਜਾਂ ਫਿਰ ਵੈਨ ਦਾ ਮੈਟਾ ਸੈਂਟਰ ਇਜ਼ ਅਬਵ ਦਾ ਸੈਂਟਰ ਆਫ ਗ੍ਰੈਵਿਟੀ, ਜਾਂ ਫਿਰ ਓਨਲੀ ਵੈਨ ਇਟਸ ਸੈਂਟਰ ਆਫ ਗ੍ਰੈਵਿਟੀ ਇਜ਼ ਬਿਲੋ ਦਾ ਸੈਂਟਰ ਆਫ ਬਿਓਂਸੀ। ਠੀਕ ਹੈ, ਸਾਡਾ ਆਨਸਰ ਆਏਗਾ ਵੈਨ ਦ ਮੈਟਾ ਸੈਂਟਰ ਇਜ਼ ਅਬਵ ਦਾ ਸੈਂਟਰ ਆਫ ਗ੍ਰੈਵਿਟੀ। ਜਦੋਂ ਵੀ ਸਾਡਾ ਮੈਟਾ ਸੈਂਟਰ ਆਫ ਗ੍ਰੈਵਿਟੀ ਤੋਂ ਅਬਵ ਹੋਏਗਾ ਦੈਨ ਅਸੀਂ ਕਹਾਂਗੇ ਕਿ ਸਾਡੀ ਫਲੋਟਿੰਗ ਬੋਡੀ ਇਜ਼ ਸੈਡ ਟੂ ਬੀ ਸਟੇਬਲ ਇਨ ਇਕੁਇਲਿਬਰੀਅਮ। ਠੀਕ ਹੈ ਜੀ। ਸੋਲਿਊਸ਼ਨ ਸੀ, floating body is said to be in state of stable equilibrium when meta center is above the center of gravity। ठीक है जी, very important question। next question ਕੀ ਕਹਿੰਦਾ ਹੈ the height of hydraulic jump is equal to a sequent depth, initial depth, difference in conjugate depth, ਜਾਂ ਫਿਰ difference in alternating depth। ਠੀਕ ਹੈ ਜੀ। ਸਾਡੀ ਹਾਈਟ ਆਫ ਹਾਈਡਰੋਲਿਕ ਜੰਪ ਕਿਹਦੇ ਬਰਾਬਰ ਹੁੰਦੀ ਹੈ? ਡਿਫਰੈਂਸ ਇਨ ਕੰਜੂਗੇਟ ਡੈਪਥ ਦੇ ਬਰਾਬਰ ਹੁੰਦੀ ਹੈ। ਸਾਡਾ ਸੋਲਿਊਸ਼ਨ ਨੰਬਰ ਸੀ ਦਾ ਆਨਸਰ ਆ ਜਾਊਗਾ। देखते हैं the height of hydraulic jump is equal to different in conjugate depth। ठीक है, a fluid in which shear stress is more than the yield value and the shear stress is proportional to the rate of shear strain, the fluid is known as ਕੀ ਅਸੀਂ ਨੂੰ ਕਹਾਂਗੇ ਰੀਅਲ ਫਲੂਇਡ, ਨਿਊਟੋਨੀਅਨ ਫਲੂਇਡ, ਨॉन ਨਿਊਟੋਨੀਅਨ ਫਲੂਇਡ, ਜਾਂ ਫਿਰ ਆਈਡੀਅਲ ਫਲੂਇਡ ਪਲਾਸਟਿਕ। ਕੀ ਆਏਗਾ ਜੀ ਇਹਦਾ ਆਨਸਰ? ਇਹਦਾ ਆਨਸਰ ਆ ਜਾਏਗਾ ਡੀ। ਡੀ ਦੇ ਵਿੱਚ ਕੀ ਹੈ ਸਾਡੇ ਕੋਲ? ਆਈਡੀਅਲ ਫਲੂਇਡ ਪਲਾਸਟਿਕ। ਆਈਡੀਅਲ ਫਲੂਇਡ ਪਲਾਸਟਿਕ ਦੇ ਵਿੱਚ ਹਮੇਸ਼ਾ ਸ਼ੀਅਰ ਸਟ੍ਰੈਸ ਜੋ ਹੈ ਉਹ ਜ਼ਿਆਦਾ ਹੁੰਦੀ ਹੈ ਯੀਲਡ ਵੈਲਿਊ ਦੇ ਨਾਲੋਂ, ਔਰ ਜੋ ਸ਼ੀਅਰ ਸਟ੍ਰੈਸ ਆ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦੀ ਸ਼ੀਅਰ ਸਟ੍ਰੇਨ ਹੁੰਦੀ ਹੈ। ਦੈਨ ਅਸੀਂ ਉਸ ਪਲਾਸਟਿਕ ਨੂੰ ਉਸ ਫਲੂਇਡ ਨੂੰ ਅਸੀਂ ਕਹਿੰਦੇ ਹਾਂ ਕਿ ਉਹ ਆਈਡੀਅਲ ਪਲਾਸਟਿਕ ਫਲੂਇਡ ਹੈ। ਠੀਕ ਹੈ, ਸਾਨੂੰ ਇਹ ਵੀ ਪਤਾ ਹੈ ਕਿ ਰੀਅਲ ਦੇ ਵਿੱਚ ਆਈਡੀਅਲ ਪਲਾਸਟਿਕ ਫਲੂਇਡ ਜਿਹੜਾ ਉਹ ਐਗਜ਼ਿਸਟ ਨਹੀਂ ਕਰਦਾ ਹੈ। ਠੀਕ ਹੈ ਜੀ। ਅ ਫਲੂਇਡ ਇਨ ਵਿੱਚ ਸ਼ੀਅਰ ਸਟ੍ਰੈਸ ਇਜ਼ ਮੋਰ ਦੈਨ ਦ ਯੀਲਡ ਵੈਲਿਊ ਐਂਡ ਦ ਸ਼ੀਅਰ ਸਟ੍ਰੈਸ ਇਜ਼ ਪ੍ਰਪੋਰਸ਼ਨਲ ਟੂ ਦੀ ਸ਼ੀਅਰ ਸਟ੍ਰੇਨ ਇਜ਼ ਫਲੂਇਡ ਇਜ਼ ਨੋਨ ਐਜ਼ ਆਈਡੀਅਲ ਪਲਾਸਟਿਕ ਫਲੂਇਡ। ਰੀਅਲ ਫਲੂਇਡ ਕਿਹੜੇ ਹੁੰਦੇ ਆ? ਅ ਰੀਅਲ ਫਲੂਇਡ ਇਜ਼ ਵਨ ਵਿਚ ਹੈਜ਼ ਵਿਸਕੋਸਿਟੀ। ਇੱਥੋਂ ਸਾਨੂੰ ਕੁਐਸਚਨ ਆਉਂਦਾ ਵਿਸਕੋਸਿਟੀ ਕੀ ਹੁੰਦੀ ਆ? ਵਿਸਕੋਸਿਟੀ ਹੁੰਦੀ ਆ ਕਿਸੇ ਵੀ ਫਲੂਇਡ ਦੀ ਸੰਘਣਾਪਨ। ਜਿਵੇਂ ਸ਼ਹਿਦ ਹੋ ਗਿਆ, ਹਨੀ ਹੋ ਗਿਆ, ਉਹ ਕਿੰਨਾ ਸੰਘਣਾ ਹੈ, ਦੈਟ ਮੀਨਸ ਉਹਦੀ ਵਿਸਕੋਸਿਟੀ ਹੈ। ਸਰਫੇਸ ਟੈਂਸ਼ਨ, ਠੀਕ ਆ, ਕੰਪਰੈਸਿਬਿਲਿਟੀ ਇਨ ਐਡੀਸ਼ਨ ਟੂ ਦੀ ਡੈਂਸਿਟੀ, ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਰੀਅਲ ਫਲੂਇਡ, ਜਿਨ੍ਹਾਂ ਦੀ ਵਿਸਕੋਸਿਟੀ ਹੋਏਗੀ, ਜਿਨ੍ਹਾਂ ਦੀ ਸਰਫੇਸ ਟੈਂਸ਼ਨ ਹੋਏਗੀ, ਔਰ ਜਿਨ੍ਹਾਂ ਦੀ ਕੰਪਰੈਸਿਬਿਲਿਟੀ ਹੋਏਗੀ ਟੂ ਦੀ ਡੈਂਸਿਟੀ। ਦ ਰੀਅਲ ਫਲੂਇਡਸ ਆਰ ਐਕਚੁਅਲੀ ਅਵੇਲੇਬਲ ਨੇਚਰ। ਜਿਵੇਂ ਮੈਂ ਕਿਹਾ ਪਹਿਲਾਂ, ਆਈਡੀਅਲ ਫਲੂਇਡਸ ਜਿਹੜੇ ਉਹ ਐਕਚੁਅਲ ਦੇ ਵਿੱਚ ਅਵੇਲੇਬਲ ਨਹੀਂ ਹੁੰਦੇ, ਲੇਕਿਨ ਜੋ ਰੀਅਲ ਫਲੂਇਡਸ ਆ ਇਹ ਜਿਹੜੇ ਹੈਗੇ ਆ ਇਹ ਐਕਚੁਅਲ ਅਵੇਲੇਬਲ ਹੁੰਦੇ ਆ ਨੇਚਰ ਦੇ ਵਿੱਚ। ਨੈਕਸਟ ਆ ਗਿਆ ਬਿੰਗਮ ਔਰ ਆਈਡੀਅਲ ਪਲਾਸਟਿਕ ਫਲੂਇਡਸ। ਇਹ ਕਿਹੜੇ ਫਲੂਇਡਸ ਹੁੰਦੇ ਆ? ਐਨ ਆਈਡੀਅਲ ਪਲਾਸਟਿਕ ਔਰ ਬਿੰਗਮ ਪਲਾਸਟਿਕ ਫਲੂਇਡਸ ਹੁੰਦੇ ਆ ਹੈਜ਼ ਅ ਡੈਫੀਨੇਟ ਯੀਲਡ ਸਟ੍ਰੈਸ। ਇਹਨਾਂ ਦਾ ਇੱਕ ਡੈਫੀਨੇਟ ਯੀਲਡ ਸਟ੍ਰੈਸ ਹੁੰਦਾ ਆ ਔਰ ਕੌਨਸਟੈਂਟ ਲੀਨੀਅਰ ਰਿਲੇਸ਼ਨ ਹੁੰਦਾ ਆ। ਕੌਨਸਟੈਂਟ ਲੀਨੀਅਰ ਰਿਲੇਸ਼ਨ ਹੁੰਦਾ ਕਿਹਨਾਂ ਦੇ ਵਿੱਚ? ਇਹ ਹੁੰਦਾ ਸ਼ੀਅਰ ਸਟ੍ਰੈਸ ਦੇ ਵਿੱਚ ਔਰ ਰੇਟ ਆਫ ਐਂਗੂਲਰ ਡਿਫੋਰਮੇਸ਼ਨ ਦੇ ਵਿੱਚ। ਜਦੋਂ ਵੀ ਰੇਟ ਦੀ ਗੱਲ ਹੁੰਦੀ ਹੈ ਨਾ, ਰੇਟ ਦੀ ਗੱਲ ਹੋਣ ਦਾ ਮਤਲਬ ਹੁੰਦਾ ਕਿ ਕੋਈ ਵੀ ਚੀਜ਼ ਟਾਈਮ ਦੇ ਨਾਲ ਲਿੰਕ ਕਰਦੀ ਪਈ। ਜੇ ਮੈਂ ਕਹਾਂ ਕਿ ਮੂਵ ਕਰ ਰਿਹਾ, ਵੈਲੋਸਿਟੀ ਮੂਵ ਕਰ ਰਹੀ ਹੈ, ਕੋਈ ਚੀਜ਼ ਮੋਸ਼ਨ ਵਿੱਚ ਜਾ ਰਹੀ। ਅਗਰ ਜਦੋਂ ਮੈਂ ਕਹਿ ਤਾ ਰੇਟ ਆਫ ਡਿਫੋਰਮੇਸ਼ਨ, ਦੈਟ ਮੀਨਸ ਰੇਟ ਦਾ ਮਤਲਬ ਕਿ ਟਾਈਮ ਦੇ ਨਾਲ ਕੋਈ ਚੀਜ਼ ਜਾ ਰਹੀ ਹੈ। ਠੀਕ ਹੈ ਜੀ। ਹੁਣ ਰੇਟ ਆਫ ਐਂਗੂਲਰ ਡਿਫੋਰਮੇਸ਼ਨ ਦਾ ਮਤਲਬ ਕਿ ਐਂਗੂਲਰ ਡਿਫੋਰਮੇਸ਼ਨ ਹੁੰਦਾ ਚੇਂਜ ਹੋਣਾ, ਰੇਟ ਦਾ ਮਤਲਬ ਟਾਈਮ ਦੇ ਨਾਲ। ਠੀਕ ਹੈ ਜੀ। ਜਿਵੇਂ ਹੋ ਗਿਆ ਸੀਵੇਜ ਸਲੱਜਸ ਹੋ ਗਈਆਂ, ਡਰਿਲਿੰਗ ਸੀਵੇਜ ਸਲੱਜ ਹੋ ਗਿਆ, ਡਰਿਲਿੰਗ ਮਰਡਸ ਐਕਸੈਟਰਾ, ਇਹ ਸਾਰੇ ਜਿਹੜੇ ਹੈਗੇ ਆ ਬਿੰਗਮ ਔਰ ਆਈਡੀਅਲ ਪਲਾਸਟਿਕ ਹੋ ਗਏ। ਠੀਕ ਹੈ ਜੀ। ਮੂਵ ਕਰਦੇ ਆ ਨੈਕਸਟ ਕੁਐਸਚਨ ਦੇ ਵਿੱਚ। ਕਾਈਨੈਟਿਕ ਵਿਸਕੋਸਿਟੀ ਇਜ਼ ਇਕੁਅਲ ਟੂ, ਕਾਈਨੈਟਿਕ ਵਿਸਕੋਸਿਟੀ ਕਿਹਦੇ ਬਰਾਬਰ ਹੁੰਦੀ ਹੈ? ਆਪਸ਼ਨ ਨੰਬਰ ਏ ਡਾਇਨਾਮਿਕ ਵਿਸਕੋਸਿਟੀ ਓਵਰ ਡੈਂਸਿਟੀ, ਜਾਂ ਫਿਰ ਡਾਇਨਾਮਿਕ ਵਿਸਕੋਸਿਟੀ ਮਲਟੀਪਲਾਈ ਡੈਂਸਿਟੀ, ਜਾਂ ਫਿਰ ਡੈਂਸਿਟੀ
ओवर डायनेमिक विस्कोसिटी ਜਾਂ फिर 1 ओवर डायनेमिक विस्कोसिटी मल्टीप्लाई डेंसिटी। की आंसर आएगा काइनेमिक विस्कोसिटी का। ਇਹਦਾ ਆਏਗਾ ਸੋਲੂਸ਼ਨ ਨੰਬਰ ए, डायनेमिक विस्कोसिटी ओवर डेंसिटी बराबर ਹੁੰਦੀ ਆ काइनेमेटिक विस्कोसिटी ਦੇ, डायनेमिक विस्कोसिटी ओवर डेंसिटी ਦੇ। ठीक है, इनू असी याद रखना। नेक्स्ट क्वेश्चन इज कैविटेशन विल टेक प्लेस इफ प्रैशर ऑफ द फॉलोइंग फ्लूइड एट एनी पॉइंट इज। कैविटेशन जिहड़ी आ उदों टेक प्लेस करती आ जदों प्रैशर होएगा ऑफ द फॉलोइंग फ्लूइड किसी पॉइंट के उत्ते। ऑप्शनस की है साडे कोल, मोर दैन वेपर प्रैशर ऑफ अ फ्लूइड, इक्वल टू दी वेपर प्रैशर ऑफ द फ्लूइड, लैस दैन वेपर प्रैशर ऑफ द फ्लूइड, ਜਾਂ फिर नन ऑफ दीज। आंसर ਇਹਦਾ ਸਾਡੇ ਪਹਿਲੇ ਹੀ ਸਾਨੂੰ ਦਿਖ ਗਿਆ ਇੱਥੇ, ਸੋਲੂਸ਼ਨ ਸੀ ਸਾਡਾ ਆंसर ਆ। ਕੀ ਆ? ਲੈਸ ਦੈਨ ਵੇਪਰ ਪ੍ਰੈਸ਼ਰ ਆਫ ਦੀ ਫਲੂਇਡ। ਜਦੋਂ ਵੀ ਸਾਡਾ ਵੇਪਰ ਪ੍ਰੈਸ਼ਰ ਫਲੂਇਡ ਲੈਸ ਦੈਨ ਹੋਏਗਾ ਉਸ ਟਾਈਮ ਸਾਡੀ ਜਿਹੜੀ ਆ ਕੈਵਿਟੇਸ਼ਨ ਜਿਹੜੀ ਆ ਕਿਸੇ ਵੀ ਪੁਆਇੰਟ ਦੇ ਉੱਤੇ ਕੀ ਕਰੂਗੀ? ਅਕਰ ਕਰੂਗੀ। ਜਿਵੇਂ ਦੇਖੋ ਸਾਡੇ ਕੋਲ ਵੇਪਰ ਪ੍ਰੈਸ਼ਰ ਕੀ ਹੁੰਦਾ ਆ, ਕੋਈ ਵੀ ਫਲੂਇਡ ਆ ਸਾਡੇ ਕੋਲ, ਇਹਦੇ ਵਿੱਚ ਇਹਦੇ ਇੱਥੋਂ ਸਾਡਾ ਲਿਕੁਇਡ ਜਾ ਰਿਹਾ, ਇਹਦੇ 'ਚ ਢੱਕਿਆ ਹੋਇਆ, ਇੱਥੇ ਕੋਈ ਲਿਕੁਇਡ ਜਾ ਰਿਹਾ, ਇੱਥੇ ਵੇਪਰਸ ਬਣ ਰਹੇ ਆ, ਪਾਣੀ ਭਾਵ ਬਣਨ ਦੇ ਨਾਲ ਵੇਪਰਸ ਬਣ ਰਹੇ ਆ, ਔਰ ਇਸ ਸਰਫੇਸ ਦੇ ਉੱਤੇ ਜੋ ਸਾਡਾ ਪ੍ਰੈਸ਼ਰ ਬਣ ਰਿਹਾ ਉਹਨੂੰ ਕਹਿ ਦਿੱਤਾ ਅਸੀਂ ਸਰਫੇਸ ਵੇਪਰ ਪ੍ਰੈਸ਼ਰ। ਵੇਪਰ ਪ੍ਰੈਸ਼ਰ ਬਣਨ ਤੋਂ ਬਾਅਦ ਜਿਹੜਾ ਸਾਡਾ ਕਿਸੇ ਪੁਆਇੰਟ ਦੇ ਉੱਤੇ, ਜਿਹੜਾ ਕਿਸੇ ਵੀ ਪੁਆਇੰਟ ਦੇ ਉੱਤੇ ਲੈਸ ਦੈਨ ਵੇਪਰ ਪ੍ਰੈਸ਼ਰ ਆਫ ਅ ਫਲੂਇਡ ਪ੍ਰੈਸ਼ਰ ਬਣ ਰਿਹਾ ਉਹਨੂੰ ਅਸੀਂ ਕਹਿ ਦਿੰਦੇ ਹਾਂ ਕੈਵਿਟੇਸ਼ਨ। ठीक है, जिमें देखो सानू इत्थे एक्सप्लेन किया भी होया कि कैविटेशन टेक प्लेस इफ प्रैशर ऑफ द फॉलोइंग फ्लूइड। साडा कोई भी जिहड़ा इत्थे प्रैशर ऑफ फ्लूइड जिहड़ा हैगा वो फ्लो कर रहा है एट एनी पॉइंट, किसी भी पॉइंट के उत्ते इज़ लैस दैन वेपर प्रैशर ऑफ अ फ्लूइड। उस वेपर प्रैशर के फ्लूइड के वेपर प्रैशर नालों अगर घट जिहड़ा प्रैशर लग रहा उन्होंने असीं कह दिंदे हां कैविटेशन। ठीक है जी, इन्हूं असीं याद रखना है। नैक्सट क्वेश्चन देखते हैं, variation in the volume of a liquid of a pressure is called its। variation in the volume of liquid with the variation of pressure is called। ਉਹਨੂੰ ਅਸੀਂ ਸਰਫੇਸ ਟੈਂਸ਼ਨ ਕਹਿੰਦੇ ਹਾਂ, ਉਹਨੂੰ ਅਸੀਂ ਕੰਪਰੈਸਿਬਿਲਿਟੀ ਕਹਿੰਦੇ ਹਾਂ, ਉਹਨੂੰ ਕੈਪਿਲਰਿਟੀ ਕਹਿੰਦੇ ਹਾਂ, ਜਾਂ ਫਿਰ ਵਿਸਕੋਸਿਟੀ ਕਹਿੰਦੇ ਹਾਂ। ਠੀਕ ਆ, ਮਤਲਬ ਕੀ ਹੈਗਾ ਕੁਐਸਚਨ ਦਾ ਕਿ ਵੋਲੀਅਮ ਜਿਹੜਾ ਹੈਗਾ ਲਿਕੁਇਡ ਦਾ ਚੇਂਜ ਹੋ ਰਿਹਾ ਆ ਪ੍ਰੈਸ਼ਰ ਦੇ ਚੇਂਜ ਹੋਣ ਦੇ ਨਾਲ, ਕਿ ਉਹਨੂੰ ਸਰਫੇਸ ਟੈਂਸ਼ਨ ਕਹਾਂਗੇ, ਕੰਪਰੈਸਿਬਿਲਿਟੀ ਕਹਾਂਗੇ, ਜਾਂ ਫਿਰ ਕਪਿਲਰਿਟੀ ਕਹਾਂਗੇ, ਜਾਂ ਫਿਰ ਵਿਸਕੋਸਿਟੀ ਕਹਾਂਗੇ। ਅਸੀਂ ਉਹਨੂੰ ਕਹਾਂਗੇ ਕੰਪਰੈਸਿਬਿਲਿਟੀ। ਕੰਪਰੈਸਿਬਿਲਿਟੀ ਦਾ ਮਤਲਬ ਕੀ ਹੈਗਾ, ਅਗਰ ਅਸੀਂ ਪ੍ਰੈਸ਼ਰ ਲਗਾ ਰਹੇ ਹਾਂ, ਪ੍ਰੈਸ਼ਰ ਲਗਾਉਣ ਦੇ ਨਾਲ ਜੋ ਵੋਲੀਅਮ ਹੈਗਾ ਲਿਕੁਇਡ ਦਾ ਉਹ ਵੀ ਚੇਂਜ ਹੋ ਰਿਹਾ, ਮਤਲਬ ਕਿ ਉਹ ਕੰਪਰੈਸ ਹੋ ਰਿਹਾ। ਠੀਕ ਹੈ ਜੀ ਜੀ, ਸੋਲੂਸ਼ਨ ਨੰਬਰ ਬੀ ਕੰਪਰੈਸਿਬਿਲਿਟੀ ਦਾ ਆਨਸਰ ਆ। ਕੰਪਰੈਸਿਬਿਲਿਟੀ ਨੂੰ ਅਸੀਂ ਬੀਟਾ ਦੇ ਨਾਲ ਡਿਨੋਟ ਕਰਦੇ ਹਾਂ। ठीक है, बल्क मॉडुलस और कंप्रैसिबिलिटी के आपस दे विच रिलेशन हुंदा है। रिलेशन की हुंदा है असी देखते हैं, द प्रॉपर्टी बाय वर्चू ऑफ विच फ्लूइड अंडरगोज चेंज इन वॉल्यूम अंडर द एक्शन ऑफ एक्सटर्नल प्रैशर इज़ नोन एज कंप्रैसिबिलिटी। जदों भी प्रैशर बनन दे नाल जदों वॉल्यूम दे विच चेंज आंदा है उन्होंने असी कंप्रैसिबिलिटी कह दिंदे हां। इट इज़ द रेसिप्रोकल ऑफ द बल्क मॉडुलस। बल्क मॉडुलस ਨੂੰ ਅਸੀਂ ਡਿਨੋਟ ਕਰਦੇ ਹਾਂ ਕੇ ਦੇ ਨਾਲ। ਠੀਕ ਆ, ਜੋ ਬਲਕ ਮੋਡੂਲਸ ਆ ਉਹ ਜੋ ਕੰਪਰੈਸਿਬਿਲਿਟੀ ਦੇ ਹਮੇਸ਼ਾ ਕੀ ਹੁੰਦਾ ਆ, ਰੈਸੀਪ੍ਰੋਕਲ ਹੁੰਦਾ। ਠੀਕ ਆ ਜੀ, ਕੰਪਰੈਸਿਬਲ ਹੋਣ ਦਾ ਮਤਲਬ ਕੀ ਹੈਗਾ ਕਿ ਅਗਰ ਬੀਟਾ ਇਜ਼ ਇਕੁਅਲ ਟੂ ਕੀ ਹੋਊਗਾ ਫਿਰ 1/k ਇਜ਼ ਇਕੁਅਲ ਟੂ ਕੰਪਰੈਸਿਬਿਲਿਟੀ ਏ ਦਾ ਰਿਲੇਸ਼ਨ ਹੁੰਦਾ। ਬੀਟਾ ਇਜ਼ ਇਕੁਅਲ ਟੂ ਕੰਪਰੈਸਿਬਿਲਿਟੀ ਐਂਡ k ਇਜ਼ ਇਕੁਅਲ ਟੂ ਦ ਬਲਕ ਮੋਡੂਲਸ। ਠੀਕ ਹੈ ਜੀ, वेरी इंपॉर्टेंट क्वेश्चन। नैक्सट क्वेश्चन इज़ ऑल्सो वेरी इंपॉर्टेंट, बल्क मॉडुलस ऑफ आइडल फ्लूइड इज़। जो आइडल फ्लूइड आ उन्होंने बल्क मॉडुलस की होंदा, कि वो इनफाइनाइट होंदा, कि वो जीरो होंदा, कि वो इमैजिनरी होंदा है, जां फिर वो नैगेटिव होंदा जी। इहदा आंसर होंदा आ ए साडे कोल ही हैगा आ इनफाइनाइट। बल्क मॉडुलस जो हैगा आ आइडल फ्लूइड्स का की होंदा आ, इनफाइनाइट होंदा। ठीक है, अगला क्वेश्चन देखते हैं, पास्कल सैकेंड इज़ द यूनिट ऑफ। पास्कल सैकेंड जो हैगी आ वो किहਨਾਂ ਦਾ यूनिट आ, कि वो प्रैशर ਦਾ ਆ, कि वो काइनेमैटिक विस्कोसिटी ਦਾ ਆ, ਜਾਂ ਫਿਰ डायनेमिक विस्कोसिटी ਦਾ ਆ, ਜਾਂ ਫਿਰ सरफेस टेंशन ਦਾ। ਕਿਹਦਾ ਹੁੰਦਾ यूनिट? ਇਹ ਹੁੰਦਾ ਆ डायनेमिक विस्कोसिटी ਦਾ। डायनेमिक विस्कोसिटी ਦਾ यूनिट ਹੁੰਦਾ ਆ पास्कल सैकेंड। ਇਹਨੂੰ ਅਸੀਂ ਇੱਦਾਂ ਯਾਦ ਰੱਖਣਾ ਆ, ਇਹ ਐਜ਼ ਇਟ ਇਜ਼ क्वेश्चन ਇੱਦਾਂ ही आते हैं।
ठीक है जी। नैक्सट क्वेश्चन इज द इनक्रीज ऑफ टैंपरेचर, जो असी टैंपरेचर नू इनक्रीज करते हैं उस टाइम की हुंदा। ऑप्शन नंबर ए इनक्रीज द विस्कोसिटी ऑफ अ लिक्विड, ਜਾਂ फिर डिक्रीज द विस्कोसिटी ऑफ अ गैस, ਜਾਂ फिर डिक्रीज द विस्कोसिटी ऑफ अ लिक्विड, ਜਾਂ फिर इनक्रीज द विस्कोसिटी ऑफ अ फ्लूइड। ऑप्शन नंबर सी, ऑप्शन नंबर सी का आंसर आऊगा द इनक्रीज ऑफ अ टैंपरेचर डिक्रीज ऑफ अ विस्कोसिटी ऑफ अ फ्लूइड। मैं पहले ही दसिया सी विस्कोसिटी का मतलब हुंदा आ मूवमेंट करन दे विच रजिस्टेंस लगाना, संघनता, किसी भी चीज़ की संघनता नूं असीं की कह दिंदे आ, असीं कहने उन्होंने विस्कोसिटी। ਜਦੋਂ भी तुसी शहद की एग्जाम्पल देख लो, जो भी असीं शहद नूं हनी नूं असीं गर्म करते हैं, टैंपरेचर दिंदे आ असीं, तो वो की करता हैगा ਉਹਦੀ जो विस्कोसिटी है वो डिक्रीज़ करन लग जाती है, वो पिघलन लग जाता, ਉਹਦੇ ਮੋਲੀਕੂਲਰ ਪਾਰਟੀਕਲਸ ਜਿਹੜੇ ਹੈਗੇ ਆ ਉਹ ਵਿਖਰਨ ਲੱਗ ਜਾਂਦੇ ਆ, ਅਲੱਗ ਹੋ ਜਾਂਦੇ ਆ, ठीक है, और पतला होना स्टार्ट हो जाता है। दैट मीनस पतला होने मतलब कि विस्कोसिटी की हो रही है, डिक्रीज़ हो रही है। इत्थों की पता लगता कि जदों असी इनक्रीज़ करांगे जदों असी इनक्रीज़ करांगे टैंपरेचर नूं, उहदे नाल जो विस्कोसिटी या लिक्विड दी वो की कर जूगी, डिक्रीज़ कर जूगी। ठीक है जी। अगला क्वेश्चन देखते हैं, डायनेमिक विस्कोसिटी ऑफ द गैसेस डैश विद द राइज इन टैंपरेचर। जदों भी किसी भी गैस की डायनेमिक विस्कोसिटी हैगी आ, ਉਹਦੇ 'ਤੇ ਕੀ फ़र्क पऊगा ਜਦੋਂ ਅਸੀਂ टैंपरेचर ਨੂੰ राइज़ ਕਰਦੇ ਹਾਂ, कि वो इनक्रीज़ कर जूगी ਜਾਂ ਉਹ डिक्रीज़ कर जूगी ਜਾਂ फिर ਉਹ अनअफैक्टड हो जूगी ਜਾਂ फिर फर्स्ट इनक्रीज़ दैन इनक्रीज़। की आएगा ਇਹਦਾ आंसर? ਇਹਦਾ आंसर आएगा ए। ਇਹਦਾ मतलब है कि इनक्रीज़ कर जूगी, कि ਜਦੋਂ ਵੀ ਸਾਡੇ ਕੋਲ ਡਾਇਨੈਮਿਕ ਵਿਸਕੋਸਿਟੀ ਜਿਹੜੀ ਹੈਗੀ ਆ ਉਹ ਗੈਸ ਦੀ ਅਸੀਂ ਇਨਕਰੀਜ਼ ਕਰਾਂਗੇ ਤਾਂ ਟੈਂਪਰੇਚਰ ਜਿਹੜਾ ਹੈਗਾ ਉਹਨੂੰ ਵੀ ਇਨਕਰੀਜ਼ ਕਰਨਾ ਪਊਗਾ। ਟੈਂਪਰੇਚਰ ਇਨਕਰੀਜ਼ ਹੋਊਗਾ, ਸਾਡੀ ਡਾਇਨੈਮਿਕ ਵਿਸਕੋਸਿਟੀ ਜਿਹੜੀ ਹੈਗੀ ਉਹ ਵੀ ਕੀ ਹੋ ਜੂਗੀ, ਇਨਕਰੀਜ਼ ਹੋ ਜੂਗੀ। ਠੀਕ ਹੈ। ਸਟੋਕਸ ਇਜ਼ ਦੀ ਯੂਨਿਟ ਆਫ, ਸਟੋਕਸ ਜਿਹੜੀ ਹੈਗੀ ਆ ਉਹ ਕਿਹਦੀ ਯੂਨਿਟ ਆ? ਕੀ ਉਹ ਸਰਫੇਸ ਟੈਂਸ਼ਨ ਦੀ ਆ, ਕਿ ਉਹ ਕਾਈਨੇਮੈਟਿਕ ਵਿਸਕੋਸਿਟੀ ਦੀ ਆ, ਜਾਂ ਫਿਰ ਡਾਇਨੈਮਿਕ ਵਿਸਕੋਸਿਟੀ ਦੀ ਆ, ਜਾਂ ਫਿਰ ਪ੍ਰੈਸ਼ਰ ਦੀ ਆ? ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟਸ ਵਿੱਚ ਦਿਓਗੇ। ਠੀਕ ਹੈ। ਅਸੀਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਦੇ ਵਿੱਚ। ਨੈਕਸਟ ਕੁਐਸਚਨ ਆ ਸਾਡਾ ਦ ਯੂਨਿਟ ਆਫ ਸਰਫੇਸ ਟੈਂਸ਼ਨ ਆਰ। ਜੋ ਸਰਫੇਸ ਟੈਂਸ਼ਨ ਆ ਉਹਦੀ ਯੂਨਿਟਸ ਕੀ ਹੈਗੀ ਆ? ਕਿ ਉਹ ਸੇਮ ਐਜ਼ ਯੂਨਿਟ ਆਫ ਫੋਰਸ ਆ। ਸਾਨੂੰ ਪਤਾ ਹੋਣਾ ਚਾਹੀਦਾ ਫੋਰਸ ਦੀ ਯੂਨਿਟਸ ਕੀ ਹੈਗੀ ਆ, ਫਿਰ एनर्जी पर यूनिट एरिया है, ਜਾਂ फिर फोर्स पर यूनिट एरिया है, ਜਾਂ फिर डायमेंशनलैस। सरफेस टेंशन के यूनिट्स की ने? सरफेस टेंशन की यूनिट्स हैगी आ एनर्जी पर यूनिट एरिया। ठीक है जी, सॉरी फोर्स पर यूनिट एरिया। ठीक है, फोर्स पर यूनिट एरिया आंसर आएगा सरफेस टेंशन का। नैक्सट इज शेयर स्ट्रेस इन द न्यूटोनियन फ्लूइड इज़ प्रपोर्शनल टू। जो शेयर स्ट्रेस आ न्यूटोनियन फ्लूइड दे विच किहदे प्रपोर्शनल हुंदा है? शेयर स्ट्रेस इज़ प्रपोर्शनल टू स्ट्रेन। स्ट्रेन आएगा द आंसर। शेयर स्ट्रेस इज़ डायरेक्टली प्रपोर्शनल टू द स्ट्रेन। ठीक है। नेक्स्ट क्वेश्चन इज डैश इज़ द स्टडी ऑफ न्यूटोनियन फ्लूइड्स, आइडल फ्लूइड्स, नॉन न्यूटोनियन फ्लूइड्स, या फिर नन ऑफ द। वेट ਇਹਦੇ ਵਿੱਚ ਰਿਹੋਲੋਜੀ ਆਏਗਾ। ਠੀਕ ਆ, ਇੱਥੇ ਇਹਦੇ ਮੂਹਰੇ ਲਿਖ ਦਿਓ RHEOLOGY, ਰਿਹੋਲੋਜੀ। ਰਿਹੋਲੋਜੀ ਇਜ਼ ਦੀ ਸਟੱਡੀ ਆਫ, ਕਿਹਦੀ ਸਟੱਡੀ ਹੈ ਇਹ? ਕਿ ਇਹ ਨਿਊਟੋਨੀਅਨ ਫਲੂਇਡ ਦੀ ਆ, ਆਈਡਲ ਫਲੂਇਡ ਦੀ ਆ, ਨਿਊਟੋਨੀਅਨ ਫਲੂਇਡ ਦੀ ਆ, ਜਾਂ ਇਹਨਾਂ ਵਿੱਚੋਂ ਕਿਸੇ ਦੀ ਵੀ? ਆਂਸਰ ਆਏਗਾ ਸਾਡਾ ਆਪਸ਼ਨ ਨੰਬਰ ਸੀ, ਨॉन ਨਿਊਟੋਨੀਅਨ ਫਲੂਇਡਸ। ਜੋ ਨॉन ਨਿਊਟੋਨੀਅਨ ਫਲੂਇਡਸ ਆ ਉਹਨਾਂ ਦੀ ਸਟੱਡੀ ਨੂੰ ਅਸੀਂ ਕਹਿੰਦੇ ਆ ਰਿਹੋਲੋਜੀਜ਼ स्टडी। ठीक है, मूव कर दिया नैक्सट क्वेश्चन के उत्ते। बस साडा इन्ने ही क्वेश्चन सीगे। ये क्वेश्चनस किसी ना किसी एग्जाम्स के विच आए हुए ने। ठीक है, और इन्हां क्वेश्चनस तुहानूं जिन्नी असीं रैपीटिशन ते लगावांगे उन्ने साडे कन्फर्म होंदे जाणगे। 1 मार्क के बहुत ही इंपोर्टेंट क्वेश्चनस है ये। ठीक है, इदां दे होर क्वेश्चनस दे लई तुसीं सबसक्राइब कर सकते हो मेरे चैनल नूं। इस तरह दियाँ होर वीडियोज़ होर तुहानूं डेली आंदियां रहेंगियां। डेली 5 बजे एक क्लास अपलोड हुंदी है।
ਠੀਕ ਹੈ ਜੀ, ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮਚ।